ਬਹਾਦਰ ਸਰਦਾਰ ਹੁਕਮਾ ਸਿੰਘ ਚਿਮਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਹੁਕਮਾ ਸਿੰਘ 7 ਵਰ੍ਹੇ ਦਾ ਬਾਲਕ ਸੀ। ਆਪ ਦਾ ਪਿਤਾ ਸਰਦਾਰ ਰਾਮ ਸਿੰਘ ਸ਼ੁਕਰ ਚੱਕੀਏ ਸਰਦਾਰਾਂ ਲਈ ਭਲਾ ਕੜਿਆਲਾਂ ਦੇ ਮੈਦਾਨੇ ਜੰਗ ਵਿੱਚ ਲੜਦਾ ਹੋਇਆ ਆਪਾ ਵਾਰ ਗਿਆ ਸੀ। ਸਰਦਾਰ ਹੁਕਮ ਸਿੰਘ ਦੇ ਜਵਾਨ ਹੁੰਦਿਆਂ ਹੀ ਮਹਾਰਾਜਾ ਰਣਜੀਤ ਸਿੰਘ ਨੇ ਇਸ ਦੇ ਪਿਤਾ ਦੀ ਕੁਰਬਾਨੀ ਨੂੰ ਮੁੱਖ ਰੱਖਦੇ ਹੋਏ ਇਸ ਨੂੰ ਖਾਲਸਾ ਫੌਜ ਵਿੱਚ ਲੈ ਲਿਆ। ਸਨ 1807 ਦੀ ਕਸੂਰ ਦੀ ਫਤਿਹ ਖਾਲਸੇ ਲਈ ਕਈ ਐਸੀਆਂ ਜੀਵਤ ਯਾਦਗਾਰਾਂ ਛੱਡ ਗਈ ਜੋ ਪੰਥ ਵਿੱਚ ਸਦਾ ਯਾਦ ਰਹਿਣਗੀਆਂ। ਇਸੇ ਰਣਭੂਮੀ ਵਿੱਚ ਖਾਲਸਾ ਕੌਮ ਦੇ ਕੁਝ ਹੋਣਹਾਰ ਨੌਜਵਾਨਾਂ ਨੂੰ ਸ਼ੇਰੇ ਪੰਜਾਬ ਦੇ ਸਾਹਮਣੇ ਆਪਣੇ ਜੰਗੀ ਜੌਹਰ ਦੱਸਣ ਦਾ ਸਮਾਂ ਮਿਲਿਆ, ਜਿਸ ਦਾ ਫਲ ਅੱਗੇ ਨੂੰ ਉਹਨਾਂ ਦੀ ਤਰੱਕੀ ਲਈ ਇਹ ਪੌੜੀ ਦਾ ਪਹਿਲਾ ਡੰਡਾ ਸਾਬਤ ਹੋਇਆ। ਇਹਨਾਂ ਵਿੱਚੋਂ ਕੁਝ ਲਿਖਤ ਗੋਚਰੇ ਨਾਮ ਇਹ ਹਨ। ਸਰਦਾਰ ਹਰੀ ਸਿੰਘ ਨਲੂਏ ਨੂੰ ਪਹਿਲਾਂ ਇੱਥੋਂ ਹੀ ਸਰਦਾਰੀ ਮਿਲੀ, ਜੋ ਅੱਗੇ ਜਾ ਕੇ ਖਾਲਸਾ ਫੌਜ ਦਾ ਕਮਾਂਡਰ ਇਨ ਚੀਫ ਬਣਿਆ। ਬਾਬਾ ਫੂਲਾ ਸਿੰਘ ਦੇ ਜੀਵਨ ਦੇ ਕਾਰਨਾਮੇ ਵੀ ਇੱਥੋਂ ਹੀ ਆਰੰਭ ਹੋਏ ਅਤੇ ਆਪ ਨੇ ਆਪਣੀਆਂ ਕੁਰਬਾਨੀਆਂ ਤੇ ਨਿਰਭੈਤਾ ਨਾਲ ਖਾਲਸਾ ਫੌਜਾਂ ਵਿੱਚ ਮਹਾਨ ਉੱਚੇ ਆਗੂ ਦਾ ਮਰਾਤਬਾ ਪਾਇਆ। ਇਸੇ ਤਰ੍ਹਾਂ ਸਰਦਾਰ ਹੁਕਮਾ ਸਿੰਘ ਚਿਮਨੀ ਨੂੰ ਵੀ ਇੱਥੋਂ ਹੀ ਸਰਦਾਰੀ ਮਿਲੀ ਤੇ ਪਹਿਲੀ ਜਾਗੀਰ ਮਿਲੀ ਸੀ, ਜੋ ਅੱਗੇ ਜਾ ਕੇ ਬੜੇ ਕਾਮਯਾਬ ਜਰਨੈਲੀ ਦੇ ਅਹੁਦੇ ਤੇ ਪੁੱਜਾ ਅਤੇ ਆਪ ਦੀ ਜਾਗੀਰ 3,45,000 ਰੁਪਏ ਸਾਲਾਨਾ ਆਮਦਨੀ ਤੱਕ ਪਹੁੰਚ ਗਈ। ਕਸੂਰ ਦੀ ਲੜਾਈ ਵਿੱਚ ਆਪ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਅੱਖਾਂ ਸਾਹਮਣੇ ਆਪਣੀ ਤੇਗ ਦੇ ਉਹ ਕਮਾਲ ਦੱਸੇ ਸਨ, ਜਿਨ੍ਹਾਂ ਨੂੰ ਦੇਖ ਕੇ ਸ਼ੇਰੇ ਪੰਜਾਬ ਦੇ ਮਨ ਵਿੱਚ ਆਪ ਨੇ ਸਤਿਕਾਰ ਦੀ ਉਹ ਥਾਂ ਪ੍ਰਾਪਤ ਕਰ ਲਈ, ਜਿਹੜੀ ਅੱਗੇ ਨੂੰ ਦਿਨੋਂ ਦਿਨ ਵੱਧਦੀ ਹੀ ਚਲੀ ਗਈ। ਇਸ ਸਮੇਂ ਨਵਾਬ ਕੁਤਬਉਦੀਨ ਖਾਨ ਦੇ ਖਾਸ ਰਸਾਲੇ ਦੇ ਟਾਕਰੇ ਤੇ, ਜਿਸ ਦੀ ਅਗਵਾਈ ਨਵਾਬ ਆਪ ਕਰ ਰਿਹਾ ਸੀ, ਨੌਜਵਾਨ ਹੁਕਮਾ ਸਿੰਘ ਆਪਣੇ ਸਿਰ ਧੜ ਦੀ ਬਾਜ਼ੀ ਲਾ ਕੇ ਐਸਾ ਵੈਰੀਆਂ ਤੇ ਪਿਆ ਕਿ ਥੋੜੇ ਸਮੇਂ ਵਿੱਚ ਹੀ ਅਨੇਕਾਂ ਦਾ ਸਫਾਇਆ ਕਰ ਦਿੱਤਾ। ਇਸੇ ਲਹੂ ਡੋਲਵੀਂ ਲੜਾਈ ਵਿੱਚ ਆਪ ਨੂੰ ਐਸਾ ਭਿਆਨਕ ਫੱਟ ਲੱਗਾ, ਜਿਸ ਦੇ ਕਾਰਨ ਆਪ ਦੇ ਬਚਣ ਦੀ ਆਸ ਬਹੁਤ ਘਟ ਗਈ। ਪਰ ਸ਼ੇਰੇ ਪੰਜਾਬ ਦੇ ਖਾਸ ਧਿਆਨ ਦੇਣ ਦੇ ਕਾਰਨ ਆਪ ਦਾ ਫੱਟ ਮੋੜਾ ਖਾ ਗਿਆ। ਇਸ ਤਰ੍ਹਾਂ ਆਪ ਨੂੰ ਮੁੜ ਨਵਾਂ ਜੀਵਨ ਮਿਲਿਆ। ਕਦਰਦਾਨ ਸ਼ੇਰੇ ਪੰਜਾਬ ਨੇ ਆਪ ਨੂੰ ਇਸ ਕੁਰਬਾਨੀ ਬਦਲੇ ਰਾਮਨਗਰ ਦੀ ਕਾਰਦਾਰੀ ਤੇ ਵੱਡੀ ਜਾਗੀਰ ਬਖਸ਼ੀ। ਸਰਦਾਰ ਹੁਕਮਾ ਸਿੰਘ ਨੂੰ ਚਿਮਨੀ ਦਾ ਖਿਤਾਬ ਮਿਲਣਾ। ਸ਼ੇਰੇ ਪੰਜਾਬ ਸਨ 1808 ਦੇ ਆਰੰਭ ਵਿੱਚ ਪਠਾਨਕੋਟ, ਜਸਰੋਟਾ, ਚੰਬਾ ਅਤੇ ਬਸੌਲੀ ਆਦਿ ਪਹਾੜੀ ਇਲਾਕਿਆਂ ਤੋਂ ਬਾਜ਼ਗੁਜ਼ਾਰੀ ਉਗਰਾਉਂਦੇ ਹੋਏ ਜਦ ਪੱਧਰੇ ਇਲਾਕੇ ਵਿੱਚ ਪਹੁੰਚੇ ਤਾਂ ਬਟਾਲੇ ਦੇ ਲਾਗੇ ਇੱਕ ਬਹੁਤ ਬੜਾ ਸ਼ਾਹੀ ਦਰਬਾਰ ਕਰਨ ਦਾ ਹੁਕਮ ਦਿੱਤਾ। ਇਸ ਦਰਬਾਰ ਵਿੱਚ ਸਾਰੇ ਰਾਈਸਾਂ ਤੇ ਬਾਜ਼ਗੁਜ਼ਾਰਾਂ ਨੂੰ ਹਾਜ਼ਰ ਹੋਣ ਲਈ ਸੱਦੇ ਭੇਜੇ। ਮਾਲੂਮ ਹੁੰਦਾ ਹੈ ਕਿ ਇਸ ਦਰਬਾਰ ਦੇ ਕਰਨ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਭਾਵ ਇਹ ਸੀ ਕਿ ਸਰਕਾਰ ਨੂੰ ਪਤਾ ਲੱਗ ਜਾਏ ਕਿ ਕਿਹੜੇ-ਕਿਹੜੇ ਰਾਈਸ ਸਰਕਾਰ ਦੇ ਵਫਾਦਾਰ ਹਨ ਅਤੇ ਕਿਹੜੇ-ਕਿਹੜੇ ਆਕੀ। ਸੋ ਇਹ ਪੱਤਰ ਜਿਸ ਨੂੰ ਮਿਲੇ ਉਹ ਸਭ ਦਰਬਾਰ ਵਿੱਚ ਪਹੁੰਚ ਗਏ, ਪਰ ਜੋ ਨਾ ਆਏ ਉਹ ਸਨ ਸਿਆਲਕੋਟ ਅਤੇ ਗੁਜਰਾਤ ਦੇ ਹੁਕਮਰਾਨ, ਜਿਨ੍ਹਾਂ ਨਾ ਹੀ ਆਪਣੀ ਗੈਰ ਹਾਜ਼ਰੀ ਦਾ ਕੋਈ ਮੰਨਣਯੋਗ ਕਾਰਨ ਲਿਖਿਆ ਅਤੇ ਨਾ ਹੀ ਆਉਣ ਦੀ ਖੇਚਲ ਕੀਤੀ। ਇਹਨਾਂ ਦੇ ਇਸ ਰਵੱਈਏ ਤੋਂ ਸ਼ੇਰੇ ਪੰਜਾਬ ਨੂੰ ਸਾਫ਼ ਯਕੀਨ ਹੋ ਗਿਆ ਕਿ ਇਹ ਦੋਵੇਂ ਰਾਈਸ ਖਾਲਸਾਈ ਝੰਡੇ ਹੇਠ ਆਉਣ ਤੋਂ ਇਨਕਾਰੀ ਹਨ। ਮਹਾਰਾਜਾ ਰਣਜੀਤ ਸਿੰਘ ਨੇ ਇਥੋਂ ਹੀ ਸਿਆਲਕੋਟ ਵੱਲ ਕੂਚ ਕਰ ਦੇਣ ਦਾ ਹੁਕਮ ਦੇ ਦਿੱਤਾ, ਕਿਉਂਕਿ ਪਹਾੜੀ ਸੰਗਰਾਮ ਵਿੱਚ ਸਰਕਾਰ ਨੇ ਨੌਜਵਾਨ ਹੁਕਮ ਸਿੰਘ ਦੇ ਜੰਗੀ ਕਰਤੱਵ ਆਪਣੇ ਅੱਖੀਂ ਦੇਖੇ ਸਨ। ਇਸ ਲਈ ਇਸ ਮੁਹਿੰਮ ਸਮੇਂ ਆਪ ਨੂੰ ਫੌਜੇ ਖਾਸ ਦੀ ਸਰਦਾਰੀ ਸੌਂਪ ਦਿੱਤੀ। ਸਿਆਲਕੋਟ ਦੇ ਰਾਈਸ ਨੇ ਜਦ ਖਾਲਸਾ ਫੌਜ ਦਾ ਉਧਰ ਵੱਲ ਕੂਚ ਸੁਣਿਆ ਤਾਂ ਅੱਗੋਂ ਉਸਨੇ ਵੀ ਟਾਕਰੇ ਦੀ ਸਭ ਤਰ੍ਹਾਂ ਤਿਆਰੀ ਕਰ ਲਈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪ੍ਰਸਿੱਧ ਨਿਯਮ ਅਨੁਸਾਰ ਸਿਆਲਕੋਟ ਦੇ ਲਾਗੇ ਪਹੁੰਚ ਕੇ ਹੀ ਉਸ ਵੱਲ ਆਪਣਾ ਵਕੀਲ ਭੇਜਿਆ, ਤਾਂ ਕਿ ਜੇ ਕਦੇ ਉਹ ਆਪਣੀ ਗੈਰ ਹਾਜ਼ਰੀ ਦੀ ਭੁੱਲ ਬਖਸ਼ਾ ਲਏ
ਤੇ ਬਾਕੀ ਰਹਿੰਦੀ ਬਾਜ਼ਗੁਜ਼ਾਰੀ ਤਾਰ ਦੇਵੇ ਤਾਂ ਮਾਮਲਾ ਅਜੇ ਵੀ ਠੱਪਿਆ ਜਾ ਸਕਦਾ ਹੈ। ਮਾਲੂਮ ਹੁੰਦਾ ਹੈ ਕਿ ਸਰਦਾਰ ਜੀਵਨ ਸਿੰਘ ਨੂੰ ਸਿਆਲਕੋਟ ਦੇ ਪੱਕੇ ਕੋਟ ਅਤੇ ਆਪਣੀ ਫੌਜ ਦੇ ਤੇ ਆਪਣੇ ਡੋਲਿਆਂ ਤੇ ਪੂਰਾ ਮਾਣ ਸੀ। ਇਸ ਲਈ ਉਸ ਨੇ ਮਹਾਰਾਜੇ ਦੇ ਵਕੀਲ ਵੱਲ ਕੋਈ ਧਿਆਨ ਨਾ ਦਿੱਤਾ। ਹੁਣ ਜਦ ਮੇਲ ਮਿਲਾਪ ਦੀ ਕੋਈ ਆਸ ਬਾਕੀ ਨਾ ਰਹੀ ਤਾਂ ਅਗਲੇ ਦਿਨ ਪੌ ਫਟਾਲੇ ਤੋਂ ਪਹਿਲਾਂ ਹੀ ਸਿਆਲਕੋਟ ਤੇ ਪ੍ਰਸਿੱਧ ਕਿਲੇ ਤੇ ਧਾਵਾ ਬੋਲ ਦਿੱਤਾ ਗਿਆ। ਕਿਲੇ ਦੀ ਰੱਖਿਆ ਲਈ ਕਿਲੇਦਾਰ ਨੇ ਚੌਹਾਂ ਬੁਰਜਾਂ ਤੇ ਤੋਪਾਂ ਚਾੜੀਆਂ ਹੋਈਆਂ ਸਨ। 1000 ਤੋਂ ਵੱਧ ਫੌਜ ਕਿਲੇ ਦੇ ਬਚਾਉਣ ਲਈ ਸਭ ਤਰ੍ਹਾਂ ਤਿਆਰ ਖਲੋਤੀ ਸੀ। ਚੜ੍ਹਾਈ ਦਾ ਹੁਕਮ ਮਿਲਦੇ ਹੀ ਖਾਲਸਾ ਫੌਜ ਅੱਗੇ ਵਧੀ। ਅੱਗੋਂ ਬਹਾਦਰ ਸਰਦਾਰ ਜੀਵਨ ਸਿੰਘ ਸਿਰ ਤਲੀ ਤੇ ਧਰ ਕੇ ਬੜੀ ਸੂਰਮਤਾ ਨਾਲ ਲੜਿਆ। 7 ਦਿਨ ਲਗਾਤਾਰ ਮੈਦਾਨ ਗਰਮ ਰਿਹਾ। 8ਵੇਂ ਦਿਨ ਸਵੇਰ ਵੇਲੇ ਹੀ ਕਿਲੇ ਦੇ ਦਰਵਾਜ਼ੇ ਅੱਗੇ 4 ਤੋਪਾਂ ਬੀੜੀਆਂ ਗਈਆਂ। ਇਹਦੇ ਨਾਲ ਹੀ ਸ਼ੇਰੇ ਪੰਜਾਬ ਨੇ ਫੌਜ ਨੂੰ ਹੁਕਮ ਦਿੱਤਾ ਕਿ ਲਹਿੰਦੇ ਦੀ ਬਾਹੀ ਨਾਲ ਬਹੁਤ ਸਾਰੀਆਂ ਪੌੜੀਆਂ ਲਾ ਕੇ ਅੰਦਰ ਜਾ ਵੜੋ। ਬਸ ਫੇਰ ਕੀ ਸੀ, ਵਰਦੀ ਅੱਗ ਵਿੱਚ ਸਰਦਾਰ ਹੁਕਮਾ ਸਿੰਘ ਦੀ ਅਗਵਾਈ ਵਿੱਚ ਆਪ ਦੇ ਕਈ ਸਾਥੀ ਆਪ ਦੇ ਨਾਲ ਪੌੜੀਆਂ ਰਾਹੀਂ ਕਿਲੇ ਦੀ ਕੰਧ ਤੇ ਚੜ੍ਹ ਗਏ ਅਤੇ ਇਹਨਾਂ ਹੀ ਪੌੜੀਆਂ ਨੂੰ ਉੱਪਰ ਖਿੱਚ ਕੇ ਕਿਲੇ ਦੇ ਅੰਦਰ ਵੱਲ ਲਾ ਕੇ ਅੱਖ ਦੇ ਫੁਰਕਾਰੇ ਵਿੱਚ ਕਿਲੇ ਦੇ ਅੰਦਰ ਉਤਰ ਗਏ। ਇਸ ਸਮੇਂ ਕਿਲੇ ਵਾਲਿਆਂ ਜਦ ਆਪਣੇ ਆਪ ਨੂੰ ਸਭ ਪਾਸਿਆਂ ਤੋਂ ਖਤਰੇ ਵਿੱਚ ਡਿੱਠਾ ਤਾਂ ਉਹਨਾਂ ਨੇ ਹਥਿਆਰ ਰੱਖ ਦਿੱਤੇ ਅਤੇ ਈਨ ਮੰਨ ਲਈ। ਕਿਲੇ ਤੇ ਖਾਲਸਾ ਫੌਜ ਨੇ ਕਬਜ਼ਾ ਕਰ ਲਿਆ। ਕਿਲੇ ਤੇ ਪੌੜੀਆਂ ਰਾਹੀਂ ਚੜ੍ਹਨ ਵਿੱਚ ਸਰਦਾਰ ਹੁਕਮ ਸਿੰਘ ਸਭ ਤੋਂ ਅੱਗੇ ਅਤੇ ਅੰਦਰ ਉਤਰਨ ਵਿੱਚ ਵੀ ਸਭ ਤੋਂ ਮੋਹਰੀ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪ ਇਹ ਸਭ ਕੁਝ ਵੇਖ ਰਹੇ ਸਨ। ਫਤਿਹ ਦੇ ਉਪਰੰਤ ਜਦ ਸਰਦਾਰ ਹੁਕਮਾ ਸਿੰਘ ਸ਼ੇਰੇ ਪੰਜਾਬ ਦੀ ਹਜ਼ੂਰੀ ਵਿੱਚ ਹਾਜ਼ਰ ਹੋਏ ਤਾਂ ਸਰਕਾਰ ਨੇ ਆਪ ਨੂੰ ਆਪਣੀ ਹਿੱਕ ਨਾਲ ਲਾ ਕੇ ਬੜੇ ਜੋਸ਼ ਨਾਲ ਆਖਿਆ, ਇਹ ਮੇਰਾ ਚਿਮਨਾ ਸਰਦਾਰ ਇੰਨਾ ਬਹਾਦਰ ਹੈ ਕਿ ਇਸ ਨੇ ਅੱਜ ਆਪਣੇ ਨਾਲੋਂ ਦੂਣੇ ਕੱਦ ਵਾਲਿਆਂ ਤੇ ਫਤਿਹ ਪਾਈ ਹੈ। ਪੰਜਾਬੀ ਵਿੱਚ ਚਿਮਨਾ ਛੋਟੇ ਕੱਦ ਵਾਲੇ ਨੂੰ ਆਖਦੇ ਹਨ। ਸਰਦਾਰ ਹੁਕਮਾ ਸਿੰਘ ਦਾ ਕੱਦ ਵੀ ਉੱਚਾ ਨਹੀਂ ਸੀ, ਸੋ ਸ਼ੇਰੇ ਪੰਜਾਬ ਦਾ ਇਹ ਕਦਰਦਾਨੀ ਦਾ ਸ਼ਬਦ ਸਰਦਾਰ ਹੁਕਮਾ ਸਿੰਘ ਨੇ ਆਪਣੇ ਨਾਮ ਨਾਲ ਮਾਣ ਵਜੋਂ ਜੋੜ ਲਿਆ। ਇਸ ਦੇ ਬਾਅਦ ਆਮ ਬੋਲਚਾਲ ਅਤੇ ਸਰਕਾਰੀ ਕਾਗਜ਼ਾਂ ਤੇ ਸਨਦਾਂ ਵਿੱਚ ਆਪ ਦਾ ਨਾਮ ਬਹਾਦਰ ਸਰਦਾਰ ਹੁਕਮਾ ਸਿੰਘ ਚਿਮਨੀ ਲਿਖਿਆ ਜਾਂਦਾ ਸੀ ਅਤੇ ਅੱਜ ਤੱਕ ਇਸ ਮਾਣਯੋਗ ਵੀਰਾਂ ਦੇ ਘਰਾਣੇ ਨਾਲ ਸ਼ਬਦ ਚਿਮਨੀ ਚਲਾ ਆਉਂਦਾ ਹੈ। ਸਨ 1812 ਦੇ ਆਰੰਭ ਹੁੰਦਿਆਂ ਹੀ ਸਹਿਜ਼ਾਦਾ ਖੜਕ ਸਿੰਘ ਦੇ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ। ਸ਼ੇਰੇ ਪੰਜਾਬ ਦੀ ਇਹ ਦਿਲੀ ਸਦਰ ਸੀ ਕਿ ਰਾਜ ਘਰਾਣੇ ਦੀ ਇਹ ਪਹਿਲੀ ਸ਼ਾਦੀ ਬਹੁਤ ਬੜੀ ਧੂਮ-ਧਾਮ ਨਾਲ ਕੀਤੀ ਜਾਏ। ਇਸ ਮਹਾਨ ਕਾਰਜ ਦਾ ਸਾਰਾ ਪ੍ਰਬੰਧ ਸ਼ੇਰੇ ਪੰਜਾਬ ਨੇ ਸਰਦਾਰ ਹੁਕਮਾ ਸਿੰਘ ਚਿਮਨੀ ਦੇ ਹੱਥ ਸੌਂਪਿਆ। ਇਸ ਵਿਆਹ ਤੇ ਮਹਾਰਾਜਾ ਪਟਿਆਲਾ, ਮਹਾਰਾਜਾ ਨਾਭਾ, ਜੀਂਦ, ਰਾਜਾ ਭਾਈ ਲਾਲ ਸਿੰਘ ਕੈਥਲ, ਅੰਗਰੇਜ਼ੀ ਗੌਰਮੈਂਟ ਵੱਲੋਂ ਸਰ ਡੇਵਿਡ ਆਕਟਰਲੋਨੀ ਆਦਿ ਆਏ ਸਨ। ਇਸੇ ਤਰ੍ਹਾਂ ਰਾਜਾ ਸੰਸਾਰ ਚੰਦ ਕਾਂਗੜਾ, ਰਾਜਾ ਚੰਬਾ, ਰਾਜਾ ਜਸਰੋਟਾ, ਰਾਜਾ ਬਸੌਲੀ, ਰਾਜਾ ਹਰੀਪੁਰੀਆ, ਰਾਜਾ ਮਾਨਕੋਟੀਆ, ਨਵਾਬ ਅਹਿਮਦ ਖਾਨ ਸਿਆਲ, ਨਵਾਬ ਮੁਜ਼ੱਫਰ ਖਾਨ ਮੁਲਤਾਨੀ, ਨਵਾਬ ਕੁਤਬੁਦੀਨ ਖਾਨ ਮਮਦੋਟ, ਨਵਾਬ ਰੁਕਨਲ ਦੌਲਾ ਸਾਦਕ ਅਲੀ ਖਾਨ ਬਹਾਵਲਪੁਰ ਅਤੇ ਨਵਾਬ ਸਰਬਲਦ ਖਾਂ ਆਦਿ ਵੱਡੇ ਵੱਡੇ ਰਾਈਸ ਪਹੁੰਚੇ ਹੋਏ ਸਨ। ਸਾਰੇ ਰਾਜੇ ਤੇ ਨਵਾਬ ਆਪਣੀ ਘੋੜੇ, ਫੌਜਾਂ ਅਤੇ ਐਲਕਾਰ ਆਦਿ ਆਪਣੇ ਨਾਲ ਲਿਆਏ ਸਨ। ਇਸ ਇਕੱਠ ਦੀ ਗਿਣਤੀ ਬਹੁਤ ਵੱਡੀ ਸੀ। ਇਹਨਾਂ ਸਾਰਿਆਂ ਲਈ ਇਹਨਾਂ ਦੇ ਰੁਤਬੇ ਅਨੁਸਾਰ ਨਿਵਾਸ ਸਥਾਨ, ਕੈਂਪ ਤਿਆਰ ਕਰਨੇ, ਅਨੇਕਾਂ ਤਰ੍ਹਾਂ ਦੀਆਂ ਖੇਡਾਂ, ਵਰਜਿਸ਼ਾਂ, ਤਮਾਸ਼ਿਆਂ ਲਈ ਪ੍ਰਬੰਧ ਕਰਨਾ ਬੜਾ ਥਕੇਵੇਂ ਤੇ ਹੌਸਲੇ ਦਾ ਕੰਮ ਸੀ। ਪਰ ਚਿਮਨੀ ਸਰਦਾਰ ਨੇ ਇਹ ਸਭ ਕੁਝ ਐਸੀ ਸੁਚੱਜਤਾ ਨਾਲ ਕੀਤਾ ਕਿ ਹਰ ਇੱਕ ਪ੍ਰਾਹੁਣੇ ਦੀਆਂ ਸਾਰੀਆਂ ਲੋੜਾਂ ਬੜੇ ਸ਼ਾਹਾਨਾ ਤਰੀਕੇ ਨਾਲ ਪੂਰੀਆਂ ਕੀਤੀਆਂ ਗਈਆਂ। ਇਹੀ ਕਾਰਨ ਸੀ ਆਪੋ ਆਪਣੀ ਥਾਂ ਤੇ ਸਾਰੇ ਪ੍ਰਾਹੁਣੇ ਪ੍ਰਸੰਨ ਸਨ ਤੇ ਆਪ ਦੇ ਪ੍ਰਬੰਧ ਦੀ ਬੜੀ ਸ਼ਲਾਘਾ ਕਰਦੇ ਸਨ। ਮਹਾਰਾਜਾ ਰਣਜੀਤ ਸਿੰਘ ਆਪ ਦੇ ਇਸ ਮਹਾਨ ਕੰਮ ਤੇ ਇੰਨੇ ਪ੍ਰਸੰਨ ਹੋਏ ਕਿ ਆਪ ਨੂੰ ਬਹੁਤ ਵੱਡੀ ਜਾਗੀਰ ਸੈਦਗੜ੍ਹ ਵਿੱਚ ਬਖਸ਼ੀ ਅਤੇ ਇਸ ਤੋਂ ਛੁੱਟ
ਬਹੁਮੁੱਲਾ ਖਿਲਤ ਵੀ ਭਰੇ ਦਰਬਾਰ ਵਿੱਚ ਦਿੱਤਾ। ਇਸ ਦੇ ਬਾਅਦ ਜਦ ਵੀ ਮਹਾਰਾਜਾ ਰਣਜੀਤ ਸਿੰਘ ਦੇ ਘਰਾਣੇ ਵਿੱਚ ਕੋਈ ਵਿਆਹ ਜਾਂ ਸਮਾਗਮ ਦਾ ਸਮਾਂ ਆਉਂਦਾ ਰਿਹਾ ਤਾਂ ਉਸ ਦਾ ਸਾਰਾ ਪ੍ਰਬੰਧ ਸਰਦਾਰ ਹੁਕਮ ਸਿੰਘ ਦੇ ਹੱਥ ਵਿੱਚ ਸੌਂਪਿਆ ਜਾਂਦਾ ਸੀ। ਅਟਕ ਦੀ ਕਿਲ੍ਹਾਦਾਰੀ। ਅਟਕ ਦਾ ਕਿਲ੍ਹਾ ਦਰਿਆ ਸਿੰਧ ਦੇ ਖੱਬੇ ਕੰਢੇ ਇੱਕ ਪਹਾੜ ਤੇ ਬੜੀ ਉੱਚੀ ਤੇ ਜ਼ਰੂਰੀ ਥਾਂ ਤੇ ਅਕਬਰ ਬਾਦਸ਼ਾਹ ਨੇ ਸਨ 1583 ਵਿੱਚ ਬਣਾਇਆ ਸੀ, ਜੋ ਅਟਕ ਤੋਂ ਪਾਰਲੇ ਬੰਨੇ ਅਫਗਾਨਿਸਤਾਨ ਵੱਲੋਂ ਵੈਰੀਆਂ ਦੇ ਹੱਲਿਆਂ ਨੂੰ ਪੂਰੀ ਤਰ੍ਹਾਂ ਅਟਕਾ ਪਾਉਣ ਲਈ ਬੜਾ ਲੋੜੀਂਦਾ ਮੋਰਚਾ ਸੀ। ਤਾਈਓ ਹੀ ਇਸ ਦਾ ਨਾਮ ਕਿਲ੍ਹਾ ਅਟਕ ਰੱਖਿਆ ਗਿਆ ਸੀ। ਖਾਲਸੇ ਨੇ ਇਸ ਨੂੰ 13 ਜੁਲਾਈ ਸਨ 1813 ਵਿੱਚ ਫਤਿਹ ਕਰਕੇ ਇਸ ਤੇ ਕਬਜ਼ਾ ਕੀਤਾ ਅਤੇ 21 ਮਾਰਚ ਸਨ 1849 ਤੱਕ ਇਹ ਖਾਲਸੇ ਦੇ ਹੱਥ ਰਿਹਾ। ਇਸ ਕਿਲ੍ਹੇ ਦੀ ਰਾਜਸੀ ਮਹਾਨਤਾ ਬਹੁਤ ਬੜੀ ਮੰਨੀ ਜਾਂਦੀ ਸੀ। ਇਸ ਦੇ ਕਬਜ਼ੇ ਨਾਲ ਜਿੱਥੇ ਦਰਿਆ ਸਿੰਧ ਅਟਕ ਦੇ ਪੱਤਣ ਖਾਲਸੇ ਦੇ ਹੱਥ ਆ ਗਏ ਸਨ, ਉੱਥੇ ਨਾਲ ਹੀ ਛੱਛ ਅਤੇ ਹਜ਼ਾਰੇ ਦੇ ਪ੍ਰਸਿੱਧ ਉਪਜਾਊ ਇਲਾਕੇ ਵੀ ਖਾਲਸੇ ਦੇ ਅਧੀਨ ਹੋ ਗਏ। ਕਿਉਂਕਿ ਸਰਦਾਰ ਹੁਕਮਾ ਸਿੰਘ ਰਾਵਲਪਿੰਡੀ ਤੇ ਪੋਠੋਹਾਰ ਦੇ ਇਲਾਕੇ ਵਿੱਚ ਕੁਝ ਸਮਾਂ ਹਕੂਮਤ ਕਰਨ ਵਿੱਚ ਪੂਰੇ ਕਾਮਯਾਬ ਰਹੇ ਸਨ, ਇਸ ਲਈ ਸ਼ੇਰੇ ਪੰਜਾਬ ਹੁਣ ਆਪ ਦੀ ਜੰਗੀ ਯੋਗਤਾ ਦੇ ਨਾਲ ਮੁਲਕੀ ਪ੍ਰਬੰਧ ਦੀ ਸਫਲਤਾ ਨੂੰ ਵੀ ਵੱਡੀ ਕਦਰ ਦੀ ਨਜ਼ਰ ਨਾਲ ਦੇਖਦੇ ਸਨ। ਕਿਲ੍ਹਾ ਅਟਕ ਜੋ ਪੰਜਾਬ ਦਾ ਬੂਹਾ ਮੰਨਿਆ ਜਾਂਦਾ ਹੈ ਅਤੇ ਜਿਸ ਘਰ ਦਾ ਬੂਹਾ ਚੰਗੀ ਤਰ੍ਹਾਂ ਸੁਰੱਖਿਅਤ ਹੋਵੇ ਤਾਂ ਬਾਕੀ ਦੇ ਘਰ ਨੂੰ ਖਤਰਾ ਨਹੀਂ ਰਹਿੰਦਾ। ਸੋ ਇਸ ਜ਼ਰੂਰੀ ਕਿਲ੍ਹੇ ਦੀ ਰੱਖਿਆ ਲਈ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹੁਕਮਾ ਸਿੰਘ ਚਿਮਨੀ ਨੂੰ ਯੋਗ ਸਮਝ ਕੇ ਅਟਕ ਦਾ ਕਿਲ੍ਹੇਦਾਰ ਨਿਯੁਕਤ ਕੀਤਾ ਅਤੇ ਇਸ ਦੇ ਨਾਲ ਹੀ ਆਪ ਨੂੰ ਇਹ ਵੀ ਅਧਿਕਾਰ ਦੇ ਦਿੱਤਾ ਕਿ ਆਪ ਆਪਣੀ ਥਾਂ ਆਪਣੇ ਸਰਦਾਰਾਂ ਵਿੱਚੋਂ ਜਿਸ ਨੂੰ ਯੋਗ ਸਮਝਣ ਰਾਵਲਪਿੰਡੀ ਦੀ ਹਕੂਮਤ ਉਸ ਨੂੰ ਸੌਂਪ ਦੇਣ। ਸਰਦਾਰ ਹੁਕਮਾ ਸਿੰਘ ਨੇ ਆਪਣੀ ਥਾਵੇਂ ਆਪਣੇ ਮਿੱਤਰ ਸਰਦਾਰ ਮੱਖਣ ਸਿੰਘ ਨੂੰ ਨਾਇਬ ਨਾਜ਼ਮ ਨਿਯਤ ਕੀਤਾ ਅਤੇ ਆਪ ਸਣੇ ਆਪਣੀ ਫੌਜ ਦੇ ਕਿਲ੍ਹਾ ਅਟਕ ਪਹੁੰਚ ਕੇ ਸੰਬੰਧਿਤ ਇਲਾਕੇ ਦੀ ਹਕੂਮਤ ਸਾਂਭ ਲਈ। ਇਹ ਗੱਲ ਸਤੰਬਰ ਸਨ 1817 ਦੀ ਹੈ। ਸਰਦਾਰ ਮੱਖਣ ਸਿੰਘ ਸਣੇ 500 ਸਵਾਰਾਂ ਦੇ ਅਕਤੂਬਰ ਸਨ 1818 ਵਿੱਚ ਹਜ਼ਾਰੇ ਦੀ ਸੁਧਾਈ ਲਈ ਆਇਆ ਅਤੇ ਹਜ਼ਾਰੇ ਦੇ ਮੈਦਾਨੀ ਇਲਾਕੇ ਤੇ ਪੂਰੀ ਸਫਲਤਾ ਪ੍ਰਾਪਤ ਕਰਕੇ ਇਹਨਾਂ ਦਾ ਬਕਾਇਆ ਨਜ਼ਰਾਨਾ ਅਤੇ 2000 ਰੁਪਇਆ ਇਹਨਾਂ ਦਾ ਹਜ਼ਾਰੇ ਵਿੱਚ ਉਧੜ ਧੁੰਮੀ ਮਚਾਉਣ ਦੇ ਜੁਰਮ ਵਜੋਂ ਤਾਵਾਨ ਵਸੂਲ ਕਰਕੇ ਰਾਵਲਪਿੰਡੀ ਵੱਲ ਪਰਤ ਆਇਆ ਅਤੇ ਸਰਦਾਰ ਹੁਕਮਾ ਸਿੰਘ ਨੂੰ ਜੋ ਕਿਲ੍ਹਾ ਅਟਕ ਵਿੱਚ ਸੀ ਹਜ਼ਾਰੇ ਦਾ ਸਾਰਾ ਸਮਾਚਾਰ ਲਿਖ ਭੇਜਿਆ। ਅਗਲੇ ਸਾਲ ਮੁੜ ਸਰਦਾਰ ਮੱਖਣ ਸਿੰਘ ਨੂੰ ਹੁਕਮ ਮਿਲਿਆ ਕਿ ਹਜ਼ਾਰੇ ਦੀ ਬਾਜ਼ਗੁਜ਼ਾਰੀ ਦੀ ਵਸੂਲੀ ਲਈ ਉਧਰ ਜਾਏ। ਇਹ ਸਰਦਾਰ ਜਦ ਹਜ਼ਾਰੇ ਪੁੱਜਾ ਤਾਂ ਇੱਥੋਂ ਦੇ ਲੋਕ ਅੱਗੋਂ ਬੜੇ ਪਿਆਰ ਨਾਲ ਮਿਲੇ ਅਤੇ ਛੇਤੀ ਹੀ ਬਾਜ਼ ਦੇ ਤਾਰ ਦੇਣ ਦੇ ਵਾਅਦੇ ਕੀਤੇ, ਪਰ ਮਨੋਂ ਇਹਨਾਂ ਦੀ ਨੀਅਤ ਖੋਟੀ ਸੀ। ਇਹਨਾਂ ਅੰਦਰੋਂ ਅੰਦਰ ਲਸ਼ਕਰ ਇਕੱਠਾ ਕਰਕੇ ਇੱਕ ਹਨੇਰੀ ਰਾਤ ਸਮੇਂ ਪਿੰਡ ਸ਼ਾਹ ਮਹਮੂਦ ਦੇ ਲਾਗੇ, ਜਿਹੜਾ ਦੌੜ ਨਦੀ ਦੇ ਕਿਨਾਰੇ ਤੇ ਵਸਦਾ ਸੀ, ਸਰਦਾਰ ਮੱਖਣ ਸਿੰਘ ਦੇ ਡੇਰੇ ਤੇ ਹਮਲਾ ਕਰ ਦਿੱਤਾ। ਅੱਗੋਂ ਖਾਲਸੇ ਨੇ ਵੀ ਵੈਰੀਆਂ ਨੂੰ ਕਰਾਰੇ ਹੱਥ ਦੱਸੇ। ਉਹ ਮੈਦਾਨ ਵਿੱਚ ਖਾਲਸੇ ਦੀ ਤੇਗ ਅੱਗੇ ਨਾ ਠਹਿਰ ਸਕੇ ਤੇ ਜਿੱਧਰ ਤੋਂ ਆਏ ਸਨ ਉਧਰ ਨੂੰ ਭੱਜ ਨੱਠੇ। ਸਰਦਾਰ ਜੀ ਸਣੇ ਆਪਣੇ ਜਵਾਨਾਂ ਦੇ ਇਹਨਾਂ ਦਾ ਪਿੱਛਾ ਕਰਦੇ ਹੋਏ ਕਈਆਂ ਨੂੰ ਤਲਵਾਰ ਦੀ ਧਾਰ ਤੋਂ ਪਾਰ ਕੀਤਾ। ਇਸ ਸਮੇਂ ਭੱਜੇ ਜਾਂਦੇ ਵੈਰੀਆਂ ਵਿੱਚੋਂ ਇੱਕ ਨੇ ਆਪਣੀ ਬੰਦੂਕ ਪਿੱਛਾ ਕਰਨ ਵਾਲੇ ਸਵਾਰਾਂ ਪਰ ਚਲਾਈ, ਜਿਸ ਦੀ ਗੋਲੀ ਸਰਦਾਰ ਮੱਖਣ ਸਿੰਘ ਨੂੰ ਲੱਗੀ ਤੇ ਉਹ ਉੱਥੇ ਹੀ ਪ੍ਰਾਣ ਤਿਆਗ ਗਏ। ਇਹ ਦੁੱਖ ਭਰੀ ਖਬਰ ਜਦ ਸਰਦਾਰ ਹੁਕਮਾ ਸਿੰਘ ਚਿਮਨੀ ਨੂੰ ਅਟਕ ਵਿੱਚ ਮਿਲੀ ਤਾਂ ਆਪ ਬਿਨਾਂ ਦੇਰ ਦੇ ਰਾਤੋਂ ਰਾਤ ਲੰਮਾ ਕੂਚ ਕਰਕੇ ਹਜ਼ਾਰੇ ਆ ਗਏ ਅਤੇ ਵੈਰੀਆਂ ਦੇ ਉਹਨਾਂ ਪਿੰਡਾਂ ਨੂੰ ਜਿਨ੍ਹਾਂ ਦੇ ਵਸਨੀਕਾਂ ਸਰਦਾਰ ਮੱਖਣ ਸਿੰਘ ਦੇ ਡੇਰੇ ਤੇ ਹਮਲਾ ਕੀਤਾ ਸੀ ਘੇਰ ਲਿਆ ਤੇ ਸਭ ਨੂੰ ਫੂਕ ਦਿੱਤਾ। ਸਰਦਾਰ ਹੁਕਮ ਸਿੰਘ ਨੂੰ ਇਸ ਘਟਨਾ ਬਾਰੇ ਪੁੱਛ-ਗਿੱਛ ਕਰਨ ਤੋਂ ਪਤਾ ਲੱਗਾ ਕਿ ਇਸ ਸਾਰੀ ਸਾਜ਼ਿਸ਼ ਦਾ ਬਾਨੀ ਸੈਦ ਖਾਂ ਨੰਬਰਦਾਰ ਕੋਟ ਹੁਸਨ ਅਲੀ ਵਾਲਾ ਸੀ। ਸਰਦਾਰ ਹੁਕਮਾ ਸਿੰਘ ਨੇ ਆਪਣੇ ਸਵਾਰਾਂ ਨਾਲ ਕੋਟ ਹਸਨ ਅਲੀ ਤੇ ਹਮਲਾ ਕਰਕੇ ਕੋਟ ਨੂੰ ਘੇਰ ਲਿਆ ਅਤੇ ਭੱਜੇ ਜਾਂਦੇ ਸੈਦ ਖਾਂ ਨੂੰ ਫੜ ਲਿਆ। ਅਗਲੇ ਦਿਨ ਚਿਮਨੀ ਸਰਦਾਰ ਨੇ
ਦੂਰ ਦੂਰ ਤੱਕ ਇਲਾਕੇ ਵਿੱਚ ਢੋਲ ਵਜਵਾ ਕੇ ਮੁਨਾਦੀ ਕਰਵਾ ਦਿੱਤੀ ਅਤੇ ਇਲਾਕੇ ਦੇ ਮੁਖੀਆਂ ਤੇ ਆਮ ਲੋਕਾਂ ਦੇ ਸਾਹਮਣੇ ਸੈਦ ਖਾਨ ਨੂੰ ਇੱਕ ਵੱਡੇ ਬ੍ਰਿਸ਼ ਨਾਲ ਲਟਕਾ ਕੇ ਫਾਹੇ ਲਵਾ ਦਿੱਤਾ, ਤਾਂ ਕਿ ਅੱਗੇ ਨੂੰ ਖਾਲਸੇ ਨਾਲ ਕੋਈ ਵਿਸਾਘਾਤ ਦਾ ਵਰਤਾਰਾ ਨਾ ਕਰੇ। ਇਸ ਦਾ ਹਜ਼ਾਰੇ ਦੇ ਵਸਨੀਕਾਂ ਤੇ ਬੜਾ ਪ੍ਰਭਾਵ ਪਿਆ ਤੇ ਇਹ ਡਾਢੇ ਸਹਿਮ ਗਏ। ਇਸ ਤਰ੍ਹਾਂ ਕਰਨ ਵਿੱਚ ਸਰਦਾਰ ਹੁਕਮਾ ਸਿੰਘ ਦੀ ਦ੍ਰਿਸ਼ਟੀ ਸਾਹਮਣੇ ਦੋ ਭਾਵ ਦਿਸ ਰਹੇ ਮਾਲੂਮ ਹੁੰਦੇ ਹਨ। ਇੱਕ ਤਾਂ ਇਹ ਕਿ ਇਸ ਨੂੰ ਇਸ ਤਰ੍ਹਾਂ ਆਮ ਜਨਤਾ ਦੇ ਸਾਹਮਣੇ ਕਰੜੀ ਸਜ਼ਾ ਦੇਣ ਨਾਲ ਹੋਰ ਸੈਂਕੜਿਆਂ ਨੂੰ ਸਜ਼ਾ ਨਾ ਦੇਣੀ ਪਵੇਗੀ। ਦੂਜਾ ਜਿਹਾ ਕਿ ਅਸੀਂ ਪਹਿਲਾਂ ਵਰਣਨ ਕਰ ਰਹੇ ਹਾਂ, ਭਾਈ ਮੱਖਣ ਸਿੰਘ ਸਰਦਾਰ ਹੁਕਮ ਸਿੰਘ ਦੇ ਅਤ ਪਿਆਰੇ ਮਿੱਤਰਾਂ ਵਿੱਚੋਂ ਸੀ, ਜਿਸ ਨਾਲ ਸੈਦ ਖਾਨ ਨੇ ਵਿਸਾਘਾਤ ਕੀਤਾ। ਉਸ ਦੇ ਕਤਲ ਨੂੰ ਇਹ ਨਮੂਨੇ ਦੀ ਸਜ਼ਾ ਦੇਣਾ ਆਪਣਾ ਫਰਜ਼ ਸਮਝਦਾ ਸੀ। ਸਰਦਾਰ ਹੁਕਮਾ ਸਿੰਘ ਹਜ਼ਾਰੇ ਦਾ ਯੋਗ ਪ੍ਰਬੰਧ ਕਰਕੇ ਕਿਲੇ ਅਟਕ ਵੱਲ ਪਰਤ ਆਇਆ। ਚਿਮਨੀ ਸਰਦਾਰ ਦੇ ਹਜ਼ਾਰੇ ਵਿੱਚੋਂ ਚਲੇ ਜਾਣ ਦੇ ਬਾਅਦ ਸੈਦ ਖਾਨ ਦੇ ਧੜੇ ਦੇ ਕੁਝ ਲੋਕ ਸਣੇ ਉਸ ਦੇ ਸੰਬੰਧੀਆਂ ਦੇ ਲਾਹੌਰ ਪਹੁੰਚੇ। ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਫਰਿਆਦੀਆਂ ਲਈ ਸਦਾ ਖੁੱਲ੍ਹਾ ਰਹਿੰਦਾ ਸੀ ਅਤੇ ਇਸ ਤਰ੍ਹਾਂ ਹਰ ਇੱਕ ਫਰਿਆਦ ਸਰਕਾਰ ਆਪ ਸੁਣਦੀ ਹੁੰਦੀ ਸੀ। ਹਜ਼ਾਰੇ ਦੇ ਇਹਨਾਂ ਫਰਿਆਦੀਆਂ ਨੇ ਬੜੇ ਦਰਦਨਾਕ ਤਰੀਕੇ ਨਾਲ ਆਪਣਾ ਰੋਣਾ ਪਿੱਟਣਾ ਸ਼ੇਰੇ ਪੰਜਾਬ ਦੀ ਹਜ਼ੂਰੀ ਵਿੱਚ ਕੀਤਾ। ਸਭ ਤੋਂ ਵੱਡੀ ਗੱਲ ਇਹ ਕੀਤੀ ਕਿ ਇਹ ਲੋਕ ਕੁਰਾਨ ਸ਼ਰੀਫ ਆਪਣੇ ਨਾਲ ਲੈ ਕੇ ਗਏ ਸਨ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਹਜ਼ੂਰ ਇਹਨਾਂ ਨੇ ਇਸ ਤੇ ਸੁਗੰਧ ਖਾ ਕੇ ਯਕੀਨ ਦਿਵਾ ਦਿੱਤਾ ਕਿ ਸਰਦਾਰ ਹੁਕਮਾ ਸਿੰਘ ਨੇ ਬਿਨਾਂ ਪੂਰੀ ਖੋਜ ਪੜਤਾਲ ਦੇ ਸੈਦ ਖਾਨ ਨੂੰ ਜ਼ਾਤੀ ਵੈਰ ਦੇ ਕਾਰਨ ਛੇਤੀ ਹੀ ਫਾਹੇ ਲਵਾ ਦਿੱਤਾ। ਇਸ ਤੇ ਸ਼ੇਰੇ ਪੰਜਾਬ ਵੱਲੋਂ ਚਿਮਨੀ ਸਰਦਾਰ ਤੋਂ ਪੁੱਛ ਕੀਤੀ ਗਈ। ਸਰਦਾਰ ਜੀ ਨੇ ਜੋ ਅਸਲੀਅਤ ਸੀ ਲਿਖ ਘੱਲੀ, ਪਰ ਸੈਦ ਖਾਨ ਦੇ ਸੰਬੰਧੀਆਂ ਨੇ ਆਪਣੇ ਕੀਰਨਿਆਂ ਦਾ ਮਹਾਰਾਜਾ ਰਣਜੀਤ ਸਿੰਘ ਤੇ ਇੰਨਾ ਪ੍ਰਭਾਵ ਪਾ ਲਿਆ ਕਿ ਸਰਦਾਰ ਹੁਕਮਾ ਸਿੰਘ ਦੇ ਉੱਤਰ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਪੂਰੀ ਤਸੱਲੀ ਨਾ ਹੋ ਸਕੀ। ਸ਼ੇਰੇ ਪੰਜਾਬ ਦਾ ਫੈਸਲਾ ਇਹ ਸੀ ਕਿ ਚਿਮਨੀ ਸਰਦਾਰ ਨੇ ਇਸ ਮਾਮਲੇ ਵਿੱਚ ਬਿਨਾਂ ਪੂਰੀ ਖੋਜ ਦੇ ਕਾਹਲੀ ਤੋਂ ਕੰਮ ਲਿਆ ਹੈ, ਜੋ ਠੀਕ ਨਹੀਂ ਸੀ। ਸਰਕਾਰ ਨੇ ਸੈਦ ਖਾਨ ਦੇ ਸੰਬੰਧੀਆਂ ਨੂੰ ਸਰਦਾਰ ਹੁਕਮਾ ਸਿੰਘ ਦੀ ਜਾਗੀਰ ਵਿੱਚੋਂ 1,25,000 ਰੁਪਏ ਖੂਨ ਬਹਾ ਵਜੋਂ ਦਿੱਤਾ। ਸਰਦਾਰ ਹੁਕਮਾ ਸਿੰਘ ਵਰਗੇ ਅਣਖੀਲੇ ਯੋਧੇ ਲਈ ਇਸ ਤਰ੍ਹਾਂ ਇੱਕ ਪਾਸੀ ਫੈਸਲੇ ਅੱਗੇ ਚੁੱਪਚਾਪ ਝੁਕ ਜਾਣਾ ਉਸ ਦੇ ਸੁਤੰਤਰ ਸੁਭਾਅ ਦੇ ਅਨੁਕੂਲ ਸੀ। ਆਪ ਇਸ ਫੈਸਲੇ ਦੇ ਉਲਟ ਰੋਸ ਵਜੋਂ ਲੰਮੀ ਛੁੱਟੀ ਤੇ ਆਪਣੇ ਘਰ ਆ ਗਏ। ਇਸ ਦੇ ਕੁਝ ਸਮੇਂ ਬਾਅਦ ਸ਼ੇਰੇ ਪੰਜਾਬ ਨੂੰ ਉਪਰੋਕਤ ਮਾਮਲੇ ਬਾਰੇ ਸਾਰੀ ਅਸਲੀਅਤ ਦਾ ਪਤਾ ਲੱਗ ਗਿਆ। ਨਵੀਂ ਪੜਤਾਲ ਅਨੁਸਾਰ ਸੈਦ ਖਾਨ ਭਾਈ ਮੱਖਣ ਸਿੰਘ ਦੇ ਕਤਲ ਦਾ ਬਾਨੀ ਸਮਝਿਆ ਗਿਆ ਅਤੇ ਸਰਦਾਰ ਹੁਕਮਾ ਸਿੰਘ ਦਾ ਫੈਸਲਾ 16 ਆਨੇ ਨਿਆਂਸ਼ੀਲ ਸਾਬਤ ਹੋਇਆ। ਸ਼ੇਰੇ ਪੰਜਾਬ ਵਿੱਚ ਇਹ ਵੱਡੀ ਖੂਬੀ ਸੀ ਕਿ ਜਦ ਉਸ ਨੂੰ ਆਪਣੀ ਭੁੱਲ ਦਾ ਵਿਸ਼ਵਾਸ ਹੋ ਜਾਂਦਾ ਸੀ ਤਾਂ ਇਸ ਦੇ ਖੁੱਲ੍ਹ ਖੁੱਲ੍ਹਾ ਮੰਨ ਲੈਣ ਵਿੱਚ ਇੱਕ ਭੋਰਾ ਵੀ ਸੰਕੋਚ ਨਹੀਂ ਸੀ ਕਰਦਾ ਹੁੰਦਾ। ਇਸ ਮਾਮਲੇ ਵਿੱਚ ਵੀ ਆਪ ਨੇ ਉਹੀ ਤਰੀਕਾ ਵਰਤਿਆ ਅਤੇ ਸਰਦਾਰ ਹੁਕਮਾ ਸਿੰਘ ਨੂੰ ਭਰੇ ਦਰਬਾਰ ਵਿੱਚ ਬੁਲਾ ਕੇ ਆਪਣੀ ਭੁੱਲ ਮੰਨ ਲਈ। ਆਪ ਦੀ ਜਗੀਰ ਵਿੱਚੋਂ ਕੱਟੀ ਗਈ ਰਕਮ ਨਾਲ ਓਨੀ ਹੀ ਹੋਰ ਆਪਣੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਉੱਪਰ ਜੁਰਮਾਨਾ ਲਾ ਕੇ ਦੂਣੀ ਰਕਮ ਅਰਥਾਤ 2,50,000 ਰੁਪਏ ਸ਼ਾਹੀ ਖਜ਼ਾਨੇ ਵਿੱਚੋਂ ਸਣੇ ਬਹੁਮੁੱਲੇ ਖਿਲਤ ਦੇ ਸਰਦਾਰ ਹੁਕਮਾ ਸਿੰਘ ਨੂੰ ਬਖਸ਼ ਦਿੱਤਾ ਅਤੇ ਅੱਗੇ ਨੂੰ ਆਪ ਨੂੰ ਆਪਣੇ ਜਾਤੀ ਸਲਾਹਕਾਰ ਦਾ ਮਾਣਯੋਗ ਮੁਰਾਤਬਾ ਦੇ ਕੇ ਹੁਣ ਸਰਕਾਰ ਨੇ ਆਪ ਨੂੰ ਸਦਾ ਲਈ ਆਪਣੇ ਪਾਸ ਦਰਬਾਰ ਵਿੱਚ ਰਹਿਣ ਦਾ ਹੁਕਮ ਦਿੱਤਾ। ਸਰਦਾਰ ਹੁਕਮਾ ਸਿੰਘ ਆਪਣਾ ਸਾਰਾ ਜੀਵਨ ਖਾਲਸਾ ਰਾਜ ਦੀ ਉਸਾਰੀ ਦੀਆਂ ਘਾਲਾਂ ਵਿੱਚ ਬਿਤਾਉਂਦੇ ਹੋਏ ਆਪਣੇ ਪਿੱਛੇ 4 ਪੁੱਤਰ ਸਰਦਾਰ ਸ਼ੇਰ ਸਿੰਘ, ਅਮਰ ਸਿੰਘ, ਮੇਹਰ ਸਿੰਘ ਤੇ ਕਿਸ਼ਨ ਸਿੰਘ ਛੱਡ ਕੇ ਪਰਲੋਕ ਸਿਧਾਰ ਗਏ। ਆਪ ਦੇ ਸੁਪੁੱਤਰਾਂ ਨੂੰ ਖਾਲਸਾ ਰਾਜ ਵਿੱਚ ਬੜੇ ਉੱਚੇ ਅਹੁਦੇ ਮਿਲੇ ਹੋਏ ਸਨ। ਹਵਾਲਾ ਖਾਲਸਾ ਰਾਜ ਦੇ ਉਸਰਈਏ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।